ਤੇ ਵਕਤੇ ਅਖੀਰ ਇੱਕ ਵਾਰ ਪ੍ਰਮਾਤਮਾ ਦਾ ਨਾਮ ਲਿਆ, ਕਲਿਆਣ ਹੋ ਸਕਦੀ ਹੈ। ਫਿਰ ਰੋਜ਼ ਰੋਜ਼ ਜਪਣ ਦੀ, ਰੋਜ਼ ਰੋਜ਼ ਗੁਰੂ ਦਰਬਾਰ ਵਿੱਚ ਆਉਣ ਦੀ ਲੋੜ ਹੀ ਕੋਈ ਨਹੀਂ। ਮਰਨ ਵੇਲੇ ਇੱਕੋ ਵਾਰ ਵਾਹਿਗੁਰੂ ਕਹਿ ਦਿਆਂਗੇ। ਭਾਈ ਗੁਰਦਾਸ ਜੀ ਦੇ ਪਾਸ ਵੀ ਇੱਕ ਵਾਰ ਗੁਰਸਿੱਖਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਈ ਸਾਹਿਬ ਜੀ ਸੁਣਿਆ ਕਿ ਜਿਹੜੇ ਵਕਤੇ ਅਖੀਰ ਪ੍ਰਮਾਤਮਾ ਦਾ ਨਾਮ ਜਪਦੇ ਹਨ, ਵੀ ਉਹਨਾਂ ਦੀ ਵੀ ਕਲਿਆਣ ਹੋ ਜਾਂਦੀ ਹੈ। ਗਨਕਾ ਨੇ ਇਤਨੇ ਪਾਪ ਕੀਤੇ ਸਨ, ਮਾਨੋ ਪਾਪਾਂ ਦਾ ਹਾਰ ਹੀ ਪਿਰੋ ਕੇ ਗਲ ਵਿੱਚ ਪਾ ਲਿਆ ਸੀ, ਪਰ ਵਕਤੇ ਅਖੀਰ ਉਸਨੇ ਤੋਤੇ ਨੂੰ ਪੜ੍ਹਾਉਣ ਦੇ ਬਹਾਨੇ ਰਾਮ ਨਾਮ ਜਪ ਲਿਆ, ਉਹਦੀ ਵੀ ਕਲਿਆਣ ਹੋ ਗਈ। ਜਿਹਨੇ ਘੋਰ ਦੋਜ਼ਖਾਂ ਨੂੰ ਜਾਣਾ ਸੀ, ਘੋਰ ਨਰਕਾਂ ਨੂੰ ਜਾਣਾ ਸੀ, ਉਹ ਵਿਮਾਨਾਂ ਪਰ ਸਵਾਰ ਹੋ ਕੇ ਬੈਕੁੰਠ ਧਾਮ ਨੂੰ ਚਲੀ ਗਈ। ਅਜਾਮਲ ਜਿਹੜਾ ਸਾਰੇ ਸੰਸਾਰ 'ਤੇ ਪਾਪੀ ਕਰਕੇ ਪ੍ਰਸਿੱਧ ਸੀ, ਉਸਨੇ ਵਕਤੇ ਅਖੀਰ ਪਰਮਾਤਮਾ ਦਾ ਨਾਮ ਜਪ ਲਿਆ, ਭਾਵੇਂ ਆਪਣੇ ਪੁੱਤਰ ਦੇ ਬਹਾਨੇ ਹੀ, ਪੁੱਤਰ ਨੂੰ ਆਵਾਜ਼ ਮਾਰਦਿਆਂ ਹੀ। ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਬੁਲਾਰੇ, ਮੇਰੇ ਠਾਕੁਰ ਕੇ ਮਨ ਭਾਏ ਭਾਵਨੀ, ਜਮ ਕੰਕਰ ਮਾਰ ਵਿਦਾਰੇ। ਉਹਨੇ ਵਕਤੇ ਅਖੀਰ ਜਪ ਲਿਆ, ਅਸੀਂ ਵੀ ਵਕਤੇ ਅਖੀਰ ਜਪ ਲਾਂਗੇ। ਜੇ ਉਹਨਾਂ ਦਾ ਉਧਾਰ ਹੋ ਗਿਆ, ਸਾਡਾ ਵੀ ਹੋ ਜਾਏਗਾ। ਭਾਈ ਗੁਰਦਾਸ ਜੀ ਕਹਿਣਗੇ, ਗੁਰਸਿੱਖੋ ਗੱਲ ਤਾਂ ਠੀਕ ਹੈ, ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਵੀ ਜਿਹੜੇ ਵਕਤੇ ਅਖੀਰ ਜਪ ਲੈਣਗੇ ਜ਼ਰੂਰ ਉਹਨਾਂ ਦੀ ਕਲਿਆਣ ਹੋ ਜਾਵੇਗੀ। ਪਰ ਜਿਹੜੀਆਂ ਇਹ ਤੁਸੀਂ ਉਦਾਹਰਨਾਂ, ਇਹ ਜਿਹੜੇ ਦ੍ਰਿਸ਼ਟਾਂਤ ਦਿੱਤੇ ਨੇ, ਇਹਨਾਂ ਨੂੰ ਆਦਰਸ਼ਕ ਨਹੀਂ ਮੰਨਿਆ ਜਾਂਦਾ। ਉਹ ਸਾਧ ਸੰਗਤ ਇੱਕ ਤੇ ਕਿਸੇ ਦਾ ਜੀਵਨ ਹੁੰਦਾ ਆਈਡੀਅਲ। ਸਿਆਣੇ ਬੰਦੇ ਕਹਿੰਦੇ ਨੇ ਵੀ ਦੇਖ ਫਲਾਣਾ ਬੰਦਾ, ਤੂੰ ਉਸ ਦਾ ਅਨੁਸਰਨ ਕਰ, ਉਸ ਨੂੰ ਫੋਲੋ ਕਰ, ਉਸ ਦੇ ਨਕਸ਼ੇ ਕਦਮਾਂ ਉੱਪਰ ਚੱਲ। ਜਿਹਨੇ ਜ਼ਿੰਦਗੀ ਵਿੱਚ ਕੁਝ ਹਾਸਲ ਕੀਤਾ ਹੁੰਦਾ, ਜਿਸ ਦੀ ਜ਼ਿੰਦਗੀ ਵਿੱਚ ਕੁਝ ਪ੍ਰਾਪਤੀ ਹੁੰਦੀ ਹੈ, ਜਿਸ ਨੇ ਸੰਘਰਸ਼ ਕੀਤਾ ਹੋਵੇ, ਜਿਸ ਨੇ ਕੋਈ ਤਿਆਗ ਕੀਤਾ ਹੋਵੇ, ਜਿਸ ਨੇ ਕੋਈ ਕੁਰਬਾਨੀ ਕੀਤੀ ਹੋਵੇ, ਜਿਸ ਦੀ ਕੋਈ ਪ੍ਰਾਪਤੀ ਹੋਵੇ ਸੰਸਾਰ 'ਤੇ, ਆਪਣੇ ਵਾਸਤੇ, ਸਮਾਜ ਵਾਸਤੇ ਉਸ ਦੀ ਕੋਈ ਕੰਟਰੀਬਿਊਸ਼ਨ ਹੋਵੇ, ਫਿਰ ਉਸ ਦਾ ਜੀਵਨ ਉਸਦੀ ਦੂਸਰਿਆਂ ਵਾਸਤੇ ਇੱਕ ਮੰਨ ਲਓ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ ਕਿ ਉਹਦੇ ਜੀਵਨ ਤੋਂ ਕੁਝ ਸਿੱਖਿਆ ਜਾ ਸਕਦਾ ਹੈ। ਉਸ ਦਾ ਜੀਵਨ ਆਦਰਸ਼ਕ ਹੁੰਦਾ ਹੈ, ਆਈਡੀਅਲ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਗੁਰਸਿੱਖੋ ਜਿਹੜੀਆਂ ਉਦਾਹਰਨਾਂ ਤੁਸੀਂ ਦਿੰਦੇ ਹੋ ਨਾ, ਇਹ ਕੋਈ ਆਦਰਸ਼ਕ ਉਦਾਹਰਨਾਂ ਨਹੀਂ। ਵੀ ਜੇ ਗਨਕਾ ਵਕਤੇ ਅਖੀਰ ਪਰਮਾਤਮਾ ਦਾ ਨਾਮ ਜਪ ਕੇ ਕਲਿਆਣ ਨੂੰ ਪ੍ਰਾਪਤ ਹੋ ਗਈ, ਇਸ ਦਾ ਭਾਵ ਇਹ ਨਹੀਂ ਕਿ ਸਾਰੀ ਜ਼ਿੰਦਗੀ ਨਿਸ਼ੰਗ ਹੋ ਕੇ ਪਾਪ ਕਮਾਉਂਦੇ ਰਹੋ। ਵਕਤੇ ਅਖੀਰ ਪਰਮਾਤਮਾ ਦਾ ਨਾਮ ਜਪ ਕੇ ਬੈਕੁੰਠ ਧਾਮ ਨੂੰ ਚਲੇ ਜਾਓ। ਜੇ ਭਗਵਾਨ ਕ੍ਰਿਸ਼ਨ ਜੀ ਨੂੰ ਜ਼ਹਿਰ ਦੇਣ ਵਾਲੀ ਪੂਤਨਾ ਤਰ ਗਈ, ਕੋਈ ਐਸਾ ਸਬਬ, ਕੋਈ ਐਸਾ ਕਾਰਨ ਬਣ ਗਿਆ, ਇਸ ਦਾ ਭਾਵ ਇਹ ਨਹੀਂ ਲਿਆ ਜਾ ਸਕਦਾ ਕਿ ਪੂਤਨਾ ਦਾ ਵੀ ਤਾਂ ਉਧਾਰ ਹੋ ਹੀ ਗਿਆ, ਸਾਡਾ ਵੀ ਉਧਾਰ ਹੋ ਜਾਏਗਾ। ਅਸੀਂ ਜੇ ਲੋਕਾਂ ਦੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨਾ ਸ਼ੁਰੂ ਕਰ ਦਈਏ ਵੀ ਪੂਤਨਾ ਤਰ ਗਈ, ਅਸੀਂ ਵੀ ਤਰ ਜਾਵਾਂਗੇ, ਐਸਾ ਨਹੀਂ। ਇਸ ਉਦਾਹਰਣ ਨੂੰ ਕੋਈ ਆਦਰਸ਼ਕ ਨਹੀਂ ਮੰਨਿਆ ਜਾਂਦਾ। ਜੇਕਰ ਉਧਰੀ ਪੂਤਨਾ ਵਿਓ ਖੁਆਲਣ ਕੰਮ ਨਾ ਚੰਗਾ, ਗਨਕਾ ਉਧਰੀ ਆਖੀ ਹੈ ਪਰ ਘਰ ਜਾਏ ਨਾ ਲਈਐ ਪੰਗਾ। ਉਹ ਸਾਰ ਸੰਗਤ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ। ਐਵੇਂ ਨਹੀਂ ਕਿਹਾ ਕੁੰਜੀ, ਐਵੇਂ ਨਹੀਂ ਸਤਿਗੁਰੂ ਜੀ ਨੇ ਕਿਹਾ ਭਾਈ ਗੁਰਦਾਸ ਜੀ ਨੂੰ ਮੁਖਾਤਬ ਹੋ ਕੇ ਵੀ ਜਿਹੜਾ ਸਿੱਖ ਤੁਹਾਡੀ ਬਾਣੀ ਪੜ੍ਹੇਗਾ ਉਸ ਨੂੰ ਸਿੱਖੀ ਪ੍ਰਾਪਤ ਹੋਵੇਗੀ। ਦੇਖੋ ਭਾਈ ਸਾਹਿਬ ਜੀ ਦੇ ਵਿਚਾਰ, ਜੇਕਰ ਉਧਰੀ ਪੂਤਨਾ ਵਿਓ ਖੁਆਲਣ ਕੰਮ ਨਾ ਚੰਗਾ, ਗਨਕਾ ਉਧਰੀ ਆਖੀਐ ਪਰ ਘਰ ਜਾਏ ਨਾ ਲਈਐ ਪੰਗਾ। ਬਾਲਮੀਕ ਨਿਸਤਾਰਿਆ ਮਾਰੈ ਵਾਟ ਨਾ ਹੋਏ ਨਿਸੰਗਾ। ਜੇ ਬਾਲਮੀਕ ਤਰ ਗਿਆ, ਇਹਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਵੀ ਮੋਢੇ ਉੱਪਰ ਰੱਖ ਲਓ ਕੁਹਾੜਾ
ਚੁਰਸਤੇ ਵਿੱਚ ਜਾ ਕੇ ਖੜੇ ਹੋ ਜਾਓ, ਰਾਹ ਜਾਂਦਿਆਂ ਦੇ ਕੱਪੜੇ ਲਾਹ ਲਓ, ਟਕੇ ਟਕੇ ਬਦਲੇ ਉਹਨਾਂ ਦਾ ਖੂਨ ਕਰ ਦਿਓ। ਇਹ ਵਾਲਮੀਕ ਤਰ ਗਿਆ, ਸਾਡਾ ਵੀ ਉਧਾਰ ਹੋ ਜਾਏਗਾ। ਐਸਾ ਨਹੀਂ। ਵਾਲਮੀਕ ਨਿਸਤਾਰਿਆ ਮਾਰੈ ਵਾਟ ਨਾ ਹੋਏ ਨਿਸੰਗਾ, ਫੰਦਕ ਉਧਰੈ ਆਖੀਐਨ ਫਾਹੀ ਪਾਏ ਨਾ ਪਕੜੀਆ ਟੰਗਾ। ਇੱਕ ਹੋਰ ਪੁਰਾਣਕ ਉਦਾਹਰਣ, ਹੋਰ ਪੁਰਾਣਕ ਮਿਸਾਲ ਹੈ। ਉਹ ਫੰਦਕ ਜਿਸ ਦੇ ਤੀਰ ਦੇ ਨਾਲ ਦੁਆਪਰ ਯੁੱਗ ਦੇ ਅਖੀਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਸਰੀਰ ਦਾ ਅੰਤ ਹੋਇਆ ਸੀ। ਉਹਦਾ ਕੰਮ ਸੀ ਨਾ ਸ਼ਿਕਾਰ ਖੇਡਣਾ, ਸ਼ਿਕਾਰ ਕਰਨਾ। ਜਾਲ ਸੁੱਟ ਕੇ ਪੰਛੀਆਂ ਨੂੰ ਉਸ ਜਾਲ ਵਿੱਚ ਫਸਾ ਲੈਣਾ, ਜਾਂ ਕਿਸੇ ਹੋਰ ਤਰੀਕੇ ਕਿਸੇ ਦੂਸਰੇ ਮਿਰਗ ਵਗੈਰਾ ਦਾ ਸ਼ਿਕਾਰ ਕਰਨਾ, ਤੀਰ ਚਲਾ ਕੇ ਜਾਂ ਹੋਰ ਕਿਸੇ ਵਿਧੀ ਦੁਆਰਾ। ਸ਼ਿਕਾਰੀਆਂ ਦੇ ਪਾਸ ਬੜੇ ਢੰਗ ਤਰੀਕੇ ਹੁੰਦੇ ਨੇ ਆਪਣੇ ਸ਼ਿਕਾਰਾਂ ਨੂੰ ਪਕੜਨ ਵਾਸਤੇ ਜਾਂ ਉਹਨਾਂ ਨੂੰ ਮਾਰਨ ਵਾਸਤੇ। ਹੁਣ ਐਸਾ ਜ਼ਿਕਰ ਆਉਂਦਾ ਹੈ ਪੌਰਾਣਿਕ ਇਤਿਹਾਸ ਦੇ ਵਿੱਚ ਕਿ ਭਗਵਾਨ ਕ੍ਰਿਸ਼ਨ ਜੀ ਨੇ ਉਸ ਫੰਦਕ ਨੂੰ ਵੀ ਮਾਫ਼ ਕਰ ਦਿੱਤਾ, ਕਿਉਂਕਿ ਉਸਦੇ ਤੀਰ ਦੇ ਅੱਗੇ ਉਹ ਅਣੀ ਲੱਗੀ ਸੀ। ਆਪ ਨੇ ਸ਼ਾਇਦ ਇਹ ਪ੍ਰਸੰਗ ਸੁਣਿਆ ਹੋਵੇਗਾ ਕਿਸੇ ਵੇਲੇ। ਦੁਰਵਾਸਾ ਰਿਸ਼ੀ ਨੂੰ ਭਗਵਾਨ ਕ੍ਰਿਸ਼ਨ ਜੀ ਦੇ ਪੁੱਤਰ ਸਾਂਭ ਔਰ ਇਹਦੇ ਜਿਹੜੇ ਹਮ ਉਮਰ ਸਾਥੀ ਸਨ, ਉਹਨਾਂ ਨੇ ਜੋਬਨ ਜਵਾਨੀ ਦੇ ਨਸ਼ੇ ਦੇ ਵਿੱਚ ਦੁਰਵਾਸਾ ਰਿਸ਼ੀ ਨੂੰ ਮਖੌਲ ਕੀਤਾ। ਉਹ ਮਖੌਲ ਕੀ ਸੀ? ਭਗਵਾਨ ਕ੍ਰਿਸ਼ਨ ਜੀ ਦਾ ਪੁੱਤਰ ਸਾਂਭ, ਇਸ ਦੀ ਕਿਸ਼ੋਰ ਅਵਸਥਾ ਸੀ, ਜੇ ਦਾੜੀ ਨਹੀਂ ਸੀ ਆਈ, ਇਹਦੇ ਲੜਕੀਆਂ ਵਾਲੇ ਕੱਪੜੇ ਪਾ ਲਏ, ਪੇਟ ਦੇ ਉੱਪਰ ਬੰਨ੍ਹ ਲਏ ਕੱਪੜੇ, ਦੇਖਣ ਨੂੰ ਗਰਭਵਤੀ ਲੜਕੀ ਪ੍ਰਤੀਤ ਹੋ ਰਹੀ ਹੈ। ਦੁਰਵਾਸਾ ਰਿਸ਼ੀ ਦੇ ਪਾਸ ਚਲੇ ਗਏ, ਕਹਿਣ ਲੱਗੇ ਮਹਾਰਾਜ ਇਹ ਲੜਕੀ ਆਪ ਤੇ ਸ਼ਰਮ ਦੇ ਮਾਰੀ ਬੋਲਦੀ ਨਹੀਂ, ਸੋ ਆਪ ਦੱਸੋ ਇਸ ਦੇ ਪੇਟੋਂ ਜਿਸ ਬੱਚੇ ਨੇ ਜਨਮ ਲੈਣਾ ਉਹ ਲੜਕਾ ਹੋਵੇਗਾ ਜਾਂ ਲੜਕੀ? ਦੁਰਵਾਸਾ ਜੀ ਚੁੱਪ ਕਰ ਗਏ, ਜਾਣਦੇ ਸਨ ਵੀ ਕ੍ਰਿਸ਼ਨ ਜੀ ਦਾ ਸੁਪੁੱਤਰ ਹੈ। ਹੋਸ਼ ਇਹਨਾਂ ਦੀ ਠਿਕਾਣੇ ਨਹੀਂ, ਜੋਬਨ ਜਵਾਨੀ ਦੇ ਨਸ਼ੇ ਦੇ ਵਿੱਚ ਇਹ ਅੰਨੇ ਹੋਏ ਫਿਰਦੇ ਨੇ। ਕੋਈ ਵਚਨ ਨਾ ਕੀਤਾ। ਇਹ ਫਿਰ ਕਹਿਣ ਲੱਗੇ ਮਹਾਰਾਜ ਆਪ ਅੰਤਰਜਾਮੀ ਹੋ, ਦੱਸੋ ਇਸ ਦੇ ਪੇਟੋਂ ਜਿਸ ਬੱਚੇ ਦਾ ਜਨਮ ਹੋਵੇਗਾ ਲੜਕਾ ਹੋਵੇਗਾ ਜਾਂ ਲੜਕੀ? ਦੁਰਵਾਸਾ ਜੀ ਫਿਰ ਚੁੱਪ ਕਰ ਗਏ। ਕੋਈ ਉੱਤਰ ਨਾ ਦਿੱਤਾ ਵੀ ਚਲੋ ਆਪਣੇ ਆਪ ਹੀ ਚੁੱਪ ਕਰ ਜਾਣਗੇ। ਪਰ ਜਦ ਨਾ ਟਲੇ ਬਾਰ-ਬਾਰ ਕਹਿੰਦੇ ਹੀ ਰਹੇ। ਮਹਾਰਾਜ ਅਸੀਂ ਸੁਣਿਆ ਸੀ ਜਿਹੜੇ ਰਿਸ਼ੀ ਮੁਨੀ ਹੁੰਦੇ ਨੇ, ਤਪ ਕਰਦੇ ਨੇ, ਉਹਨਾਂ ਨੂੰ ਅੰਤਰਜਾਮਤਾ ਪ੍ਰਾਪਤ ਹੋ ਜਾਂਦੀ ਹੈ। ਤੁਹਾਡੀ ਵੀ ਬੜੀ ਪ੍ਰਸਿੱਧੀ ਹੈ, ਆਪ ਵੀ ਬੜੇ ਤਪਸਵੀ ਹੋ, ਅੰਤਰਜਾਮੀ ਹੋ, ਦੱਸੋ ਇਸ ਲੜਕੀ ਦੇ ਪੇਟੋਂ ਜਿਸ ਬੱਚੇ ਦਾ ਜਨਮ ਹੋਣਾ ਉਹ ਲੜਕਾ ਹੋਵੇਗਾ ਜਾਂ ਲੜਕੀ? ਇਹਨਾਂ ਨੇ ਤਾਂ ਸੋਚਿਆ ਵੀ ਮਖੌਲ ਕਰਾਂਗੇ, ਜਿਹਨੇ ਕਹੇਗਾ ਇੱਕ ਜਾਂ ਕਹੇਗਾ ਲੜਕਾ ਹੋਵੇਗਾ ਜਾਂ ਕਹੇਗਾ ਲੜਕੀ ਹੋਵੇਗੀ, ਅਸੀਂ ਉਸੇ ਵੇਲੇ ਤਾੜੀ ਮਾਰ ਦਿਆਂਗੇ ਇਹਦੇ ਪੇਟ ਤੋਂ। ਉਹ ਸਾਰੇ ਵਸਤਰ ਲੀਰਾਂ ਖੋਲ੍ਹ ਕੇ ਇਹਦੇ ਸਾਹਮਣੇ ਢੇਰ ਲਾ ਦਿਆਂਗੇ ਕਿ ਕਿੱਧਰੋਂ ਦੀ ਤੇਰੀ ਅੰਤਰਜਾਮਤਾ ਹੈ। ਉਹ ਸਾਧ ਸੰਗ ਜਦੋਂ ਨਾ ਟਲੇ, ਦੁਰਵਾਸਾ ਸਿਉ ਕਰਤ ਠਗੌਰੀ ਯਾਦ ਵੀ ਇਹ ਫਲ ਪਾਏ। ਦੁਰਵਾਸਾ ਜੀ ਕਹਿਣ ਲੱਗੇ ਵੀ ਇਹਦੇ ਪੇਟੋਂ ਉਹ ਪੈਦਾ ਹੋਵੇਗਾ ਜਿਹੜਾ ਯਾਦਵ ਕੁਲ ਦਾ ਨਾਸ਼ ਕਰ ਦੇਵੇਗਾ। ਹੁਣ ਇਹ ਤਾਂ ਘਬਰਾ ਗਏ ਇੱਕਦਮ, ਤੋ ਦੌੜ ਗਏ। ਜਦੋਂ ਉਹ ਵਸਤਰ ਖੋਲ੍ਹੇ, ਵਿੱਚੋਂ ਨਿਕਲਿਆ ਇੱਕ ਲੋਹੇ ਦਾ ਮੂਸਲ। ਭਗਵਾਨ ਕ੍ਰਿਸ਼ਨ ਜੀ ਦੇ ਪਾਸ ਚਲੇ ਗਏ, ਮਹਾਰਾਜ ਸਾਡੇ ਪਾਸੋਂ ਤਾਂ ਬੜੀ ਭਾਰੀ ਅਵੱਗਿਆ ਹੋ ਗਈ ਹੈ। ਉਹ ਸਾਰੀ ਵਿਥਿਆ ਦੱਸੀ। ਮਹਾਰਾਜ ਉਹਨਾਂ ਨੇ ਤਾਂ ਇਹ ਵਚਨ ਕਰ ਦਿੱਤਾ ਹੈ ਇਹਦੇ ਪੇਟੋਂ ਉਹ ਪੈਦਾ ਹੋਵੇਗਾ ਜਿਹੜਾ ਯਾਦਵ ਕੁਲ ਦਾ ਨਾਸ਼ ਕਰ ਦੇਵੇਗਾ।
ਮਹਾਰਾਜ ਆਹ ਸਾਂਭੋ, ਹੁਣ ਮੂਸਲ ਬਚਾ ਲਓ ਯਾਰੂ, ਖਾਨਦਾਨ ਨੂੰ, ਆਪਣੀ ਕੁੱਲ ਨੂੰ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਹੁਣ ਤੇ ਉਸ ਰਿਸ਼ੀ ਦਾ ਵਚਨ ਹੋ ਗਿਆ, ਚੱਲ ਗਿਆ ਤੀਰ, ਹੁਣ ਤੇ ਕੋਈ ਯਤਨ ਨਹੀਂ ਹੋ ਸਕਦਾ, ਹੁਣ ਤੇ ਤੁਹਾਨੂੰ ਕੀਤੇ ਦਾ ਫਲ ਭੋਗਣਾ ਹੀ ਪਵੇਗਾ। ਇਹ ਕਰਮ ਫਲ ਅਮੇਟ ਹੈ। ਨਹੀਂ ਮਹਾਰਾਜ ਕੋਈ ਵਿਧੀ, ਕੋਈ ਜੁਗਤੀ, ਕੋਈ ਢੰਗ ਉਪਾਅ। ਕਹਿਣ ਲੱਗੇ ਠੀਕ ਹੈ, ਯਤਨ ਕਰ ਦਿਓ, ਪ੍ਰਾਸ਼ਚਿਤ ਕਰੋ, ਔਰ ਇਸ ਮੂਸਲ ਨੂੰ ਰਗੜ ਕੇ ਇਹ ਨਦੀ ਦੇ ਵਿੱਚ ਫੈਂਕ ਦਿਓ। ਫਿਰ ਇਹ ਪ੍ਰਾਸ਼ਚਿਤ ਕਰਦੇ ਰਹੇ, ਮੂਸਲ ਨੂੰ ਰਗੜਦੇ ਰਹੇ। ਉਹ ਨਦੀ ਦੇ ਉੱਪਰ ਤੈਰਦਾ ਜਾ ਰਿਹਾ, ਕਿਨਾਰਿਆਂ 'ਤੇ ਜਾ ਲੱਗਿਆ, ਦੱਬ ਬਣ ਗਈ। ਜਦੋਂ ਉਸ ਨੂੰ ਰਗੜਦੇ ਰਹੇ, ਇੱਕ ਛੋਟਾ ਜਿਹਾ ਪੀਸ ਬਚ ਗਿਆ, ਉਹ ਰਗੜਨ ਦੇ ਵਿੱਚ ਨਾ ਆਇਆ, ਉਹਨੂੰ ਉਸੇ ਤਰ੍ਹਾਂ ਦਰਿਆ ਵਿੱਚ ਸੁੱਟ ਦਿੱਤਾ। ਉਸ ਨੂੰ ਇੱਕ ਮੱਛੀ ਨੇ ਨਿਗਲ ਲਿਆ। ਉਹ ਮੱਛੀ ਇਸ ਬੱਧਕ ਦੇ ਹੱਥ ਦੇ ਵਿੱਚ ਆ ਗਈ, ਉਹਦਾ ਪੇਟ ਕੱਟਿਆ, ਉਹਦੇ ਵਿੱਚੋਂ ਨੋਕਦਾਰ ਜਿਹੜੀ ਉਹ ਅਣੀ ਨਿਕਲੀ, ਇਹਨੇ ਆਪਣੇ ਤੀਰ ਦੇ ਨਾਲ ਜੜ ਲਈ। ਫਿਰ ਜਿਹੜੀ ਉਸ ਦੀ ਰੇਤ ਬਣੀ ਸੀ ਨਾ, ਉਸ ਤੋਂ ਬਣੀ ਸੀ ਦੱਬ, ਉਹੋ ਹੀ ਯਾਦਵ ਭਾਵੇਂ ਭਗਵਾਨ ਕ੍ਰਿਸ਼ਨ ਜੀ ਦੇ ਖਾਨਦਾਨ ਉਹਨਾਂ ਦੀ ਕੁੱਲ ਵਿੱਚੋਂ ਸਨ, ਪਰ ਇਹਨਾਂ ਦੀ ਐਸੀ ਬੁੱਧੀ ਭ੍ਰਿਸ਼ਟ ਹੋਈ, ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਔਰ ਸ਼ਰਾਬ ਦਾ ਨਤੀਜਾ ਜੋ ਕੁਝ ਹੁੰਦਾ ਸਤਿਗੁਰੂ ਜੀ ਦੱਸਦੇ ਨੇ ਨਾ, ਮਾਨਸ ਭਰਿਆ। ਜਿਹੜੇ ਸ਼ਰੇਆਬ ਸ਼ਰਾਰਤ ਦਾ ਪਾਣੀ,